पाक भारत जंग के दौरान सियालकोट के गांव सलानके में इंडिया की तरफ से 6 गोले गिराए गए, जिसके नतीजे में गांव वालों को भारी नुकसान उठाना पड़ा, मगर गांव वालों के हौसले फिर भी बुलंद। ਪਿੰਡ 'ਚ ਉਹਨਾਂ ਦੇ ਮਾਟਰ ਗੋਲੇ ਨਾਲ ਨੁਕਸਾਨ ਹੋਇਆ। नमाज पढ़ के आए हैं तो फायरिंग शुरू हो गई है। भैंसें दी हुई थी, उनके सेंटर में बम पड़ा है। मेरे साथ मौजूद हैं इस गांव के कुछ जवान, जिनकी हवेली में आकर यहां पर माटर गोला गिरता है और उसके नतीजे में काफ़ी ज़्यादा जानवरों का नुकसान भी होता है। तो चलिए इनसे पूछते हैं कि इन्होंने क्या सिनेरियो देखे। सर बताएं कि ये कितने बजे का वाक़या है जो आपके जानवर वगैरह यहाँ पे फोत हुए हैं? ये जी तकरीबन 5:30 बजे का वाक़या जो है ना, हम घर थे तो गोलाबारी शुरू थी, तो आवाज़ बहुत ज़्यादा आ रही थी। तो जब हम भागते हुए आए हैं तो आगे देखा जो है ना, भैंसें बधी हुई थी, उनके सेंटर में बम पड़ा है। तो फिर जो है वो आके देखा तो मर गए जो है ना जानवर सारे। तो फिर भी हम डरे नहीं, हम इधर ही हैं जो है ना, सही है कि नहीं। यही है कि हम आर्मी के साथ ही हैं। अब हम इस लानके के ऐसे घर में मौजूद हैं जो घर सबसे ज़्यादा इस बमबारी में और गोलाबारी में मुतासर हुआ। मेरे पीछे आप देख सकते हैं कि ये शीशे भी काफ़ी ज़्यादा टूटे हुए हैं, दीवारों पर जगह जगह पर निशानात हैं, पीछे दरवाज़ा जो है वो पूरी तरह ख़राब हो चुका है। तो मेरे साथ मौजूद हैं इस घर के जो सरबराह हैं, तो उनसे बातचीत करते हैं। नमाज पढ़ के आए हैं तो फायरिंग शुरू हो गई है। तो वो आन के ते असीं अंदर दाखिल हो गए ਤੇ ਉਹ ਫਿਰ ਆਣ ਕੇ ਤੇ ਬੰਬ ਇੱਥੇ ਪਿਆ ਦਰਵਾਜ਼ੇ ਦੇ ਪੱਕਾ ਸੜਕ ਦੇ ਉੱਤੇ। नहीं बाहर गली च डिगा सी या घर दे अंदर डिगा? ਉਹ ਨਹੀਂ ਘਰ ਦੇ ਉੱਤੇ, ਇਹ ਗਲੀ ਦੇ ਵਿੱਚ ਸੜਕ ਦੇ ਵਿੱਚ ਜਿਹੜਾ ਰਸਤਾ ਆ ਉਹਦੇ ਵਿੱਚ ਡਿੱਗਾ ਸੀ। उस टाइम तुसी घर दे अंदर ही मौजूद सा? ਘਰ ਦੇ ਅੰਦਰ ਮੌਜੂਦ ਸਾਂ। ਤੇ ਉਹ ਫਿਰ ਅਸੀਂ ਤੇ ਕਾਫੀ ਬਾਅਦ 'ਚ ਜਦੋਂ ਲੋਕ ਸ਼ੌਕ ਆਣ ਕੇ ਵੇਖਿਆ ਆ ਤੇ ਫਿਰ ਅਸੀਂ ਬਾਹਰ ਨਿਕਲੇ ਆ ਤੇ ਫਿਰ ਵੇਖਿਆ ਤੇ ਬੜਾ ਨੁਕਸਾਨ ਹੋਇਆ ਸੀ। ਜੀਆਂ ਸ਼ੀਆਂ ਦਾ ਜੋ ਨੁਕਸਾਨ ਜਿਹੜਾ ਉਹ ਅੱਲਾ ਨੇ ਬਚਾ ਲਿਆ। ਤੇ ਉਹ ਅਸੀਂ ਇਹੋ ਹੀ ਸਮਝਦੇ ਹਾਂ ਪਤਾ ਨਹੀਂ ਇਹ ਕਿੱਥੇ ਡਿੱਗਾ ਆ। ਉਹ ਫਿਰ ਬਾਹਰ ਆਣ ਕੇ ਵੇਖਿਆ ਤੇ ਵਾਕਈ ਉਹ ਇੱਥੇ ਹੀ ਪਿਆ ਸੀ। ਅਸੀਂ ਆਂਦੇ ਆ ਪਤਾ ਨਹੀਂ ਕਿੱਥੇ ਪਿਆ, ਆਵਾਜ਼ ਤਾਂ ਆਉਂਦੀ ਸੀ ਨਾ। ਤੇ ਗਰਜ ਕਿੰਨੀ ਸੀ ਇਹਦੀ? ਬੜੀ ਗਰਜ ਸੀ ਜੀ, ਬੜੀ ਗਰਜ ਸੀ ਇਹਦੀ, ਆਵਾਜ਼ ਬੜਾ ਸੀ। ਤੁਹਾਡੀ ਮੁਸਕਰਾਹਟ ਤੋਂ ਲੱਗਦਾ ਪਿਆ ਕਿ ਡਰ ਡੁਰ ਤੇ ਕੋਈ ਵੀ ਨਹੀਂ ਤੁਹਾਨੂੰ? ਉਹਨੇ ਡਰ ਫਿਰ ਡਰ ਕਾਹਦਾ ਜਦੋਂ ਕੰਮ ਸ਼ੁਰੂ ਜੇ ਹੋ ਜਾਏ। ਹਾਂਜੀ ਤੇ ਉਹ ਫਿਰ ਉੱਥੇ ਡਰੇ ਵੀ ਬੰਦਾ ਤੇ ਕੀ ਕਰ ਸਕਦਾ। ਜਿਵੇਂ ਮੀਡੀਆ 'ਚ ਦੱਸਦੇ ਨੇ ਵੀ ਤੁਸੀਂ ਫਲਾਣੀ ਜਗ੍ਹਾ 'ਤੇ ਹੋ ਜਾਓ, ਹਾਂਜੀ ਇਸ ਤਰ੍ਹਾਂ ਤੁਸੀਂ ਲੈਂਟਰ ਦੇ ਥੱਲੇ ਹੋ ਜਾਓ। ਤੇ ਉਸ ਤਰ੍ਹਾਂ ਫਿਰ ਅਸੀਂ ਮਤਲਬ ਜਿਹੜੀਆਂ ਮੌਕ ਡਰਿਲਸ ਕਰਾਈਆਂ ਗਈਆਂ ਸ਼ਹਿਰ ਦੇ ਵਿੱਚ, ਉਹਦਾ ਫਾਇਦਾ ਹੋਇਆ ਦੱਸਣ ਦਾ ਆਵਾਮ ਨੂੰ? ਹਾਂ ਬਿਲਕੁਲ ਬਿਲਕੁਲ ਉਹਦਾ ਕੋਈ ਫਾਇਦਾ ਹੋਇਆ ਜੀ। ਲੈਂਟਰ ਦੇ ਥੱਲੇ ਭਾਈ ਜਗ੍ਹਾ 'ਤੇ ਚਲੇ ਜਾਓ ਜਿਹੜੀ ਉਤਲੀ ਮੰਜ਼ਲ ਹੈ ਜਿਹਦੇ ਤੇ ਉਹ ਦੋਹਰਾ ਲੈਂਟਰ ਹੈ ਤੇ ਉਹਦੇ ਥੱਲੇ ਹੋ ਜਾਓ। ਇੱਥੋਂ ਦੀ ਆਵਾਮ ਮੈਂ ਦੇਖੀ ਹੈ ਕਿ ਬਿਲਕੁਲ ਵੀ ਨਹੀਂ ਡਰ ਰਹੀ। ਨਹੀਂ ਠੀਕ ਹੈ, ਬਿਲਕੁਲ ਦਲੇਰ ਨਾ ਲੋਕ, ਦਲੇਰ ਲੋਕ ਨੇ ਪੂਰੇ। ਦਲੇਰ ਲੋਕ ਨੇ। ਤੇ ਆਖਰ ਤੇ ਤੁਸੀਂ ਫੌਜ ਨੂੰ ਕੀ ਕਹਿਣਾ ਚਾਹੋਗੇ? ਫੌਜ ਜਿਹੜੀ ਹੈ ਉਹ ਤੇ ਸਾਡੀ ਮੁਜਾਹਿਦ ਲੜ ਰਹੀ ਹੈ, ਹਾਂਜੀ ਸਾਡੀਆਂ ਤੇ ਦੁਆਵਾਂ ਨੇ। ਮਗਰ ਇਹ ਜਿਹੜਾ ਪਿੰਡ ਹੈ ਇਸ ਇਲਾਕੇ ਦਾ ਇਸਲਾਨਕੇ, ਇਹ ਸਭ ਤੋਂ ਬਹੁਤਾ ਮੁਤਾਸਰ ਹੋਇਆ ਇਲਾਕੇ 'ਚ। ਤੇ ਦੱਸੋ ਕਿ ਇੱਥੇ ਲੋਕਾਂ ਦੇ ਕੀ ਜਜ਼ਬਾਤ? ਲੋਕਾਂ ਦਾ ਜਿਹੜਾ ਮਰਾਲ ਹੈ ਨਾ ਬਹੁਤ ਹਾਈ ਹੈ। ਤੇ ਇਨਸ਼ਾਅੱਲਾ ਪਾਕਿਸਤਾਨ ਫੌਜ ਜ਼ਿੰਦਾਬਾਦ। ਤੇ ਜਿੰਨੇ ਲੋਕ ਨੇ ਪਾਕਿਸਤਾਨ ਫੌਜ ਨੇ ਜਿਹੜੇ ਆਪਣੇ ਕਾਮਯਾਬ ਉੱਥੇ ਆਪਰੇਸ਼ਨ ਕਰਕੇ ਆਏ ਨਾ ਮਾਸ਼ਾਅੱਲਾ, ਉਹਦੇ ਤੇ ਬੜੇ ਰਾਜ਼ੀ ਨੇ। ਤੇ ਔਰ ਜਿੰਨੇ ਇੱਥੇ ਮੁਕਾਮੀ ਲੋਕ ਨੇ ਸਾਰੇ ਉਹ ਪਾਕ ਫੌਜ ਦੇ ਨਾਲ ਆਪਣੀਆਂ ਖੁਸ਼ੀਆਂ ਵੀ ਮਨਾਈਆਂ ਨੇ ਔਰ ਸ਼ੁਕਰਾਨੇ ਦੇ ਨਫਲ ਵੀ ਅਦਾ ਕੀਤੇ ਨੇ। ਸਰ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਅਜੇ ਤੱਕ ਪਿੰਡ ਦੇ ਵਿੱਚ? ਪਿੰਡ 'ਚ 2 ਬੈਂਸਾਂ ਤੇ 1 ਵੱਛਾ, ਉਹਨਾਂ ਦੇ ਮਾਟਰ ਗੋਲੇ ਨਾਲ ਨੁਕਸਾਨ ਹੋਇਆ। ਬਾਕੀ ਲੋਕਾਂ ਦੇ ਮਕਾਨਾਂ ਨੂੰ ਨੁਕਸਾਨਾਤ ਪੁੱਜੇ ਨੇ। ਬਾਕੀ ਅਲਹਮਦੁਲਿਲਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਤੇ ਸਰ ਦੱਸੋ ਕਿ ਜਿਹੜੇ ਜਦੋਂ ਪਹਿਲੇ ਇਹੋ ਜਿਹੇ ਹਾਲਾਤ ਹੁੰਦੇ ਸਨ ਕਿ ਉਹ ਜ਼ਿਆਦਾ ਕਸ਼ੀਦਾ ਸਨ ਜਾਂ ਹੁਣ ਜਿਹੜੇ ਹਾਲਾਤ ਹੋਏ ਨੇ ਆ ਜ਼ਿਆਦਾ ਕਸ਼ੀਦਾ? ਨਹੀਂ, ਜਿਹੜੇ ਹਾਲਾਤ ਹੁਣ ਮੌਜੂਦਾ ਹੋਏ ਨੇ ਇਹਦੇ ਜਿਹੜਾ ਇਹਨਾਂ ਜਵਾਬ ਦਿੱਤਾ ਨਾ, ਉਹਨਾਂ ਨੂੰ ਬਹੁਤ ਹੀ ਅੱਛਾ ਜਵਾਬ ਦਿੱਤਾ। ਤੁਸੀਂ ਸੈਟੀਸਫਾਈ ਹੋ? ਅਸੀਂ ਇਹਦੇ ਤੇ 100% ਮੁਤਮਿਨ ਹਾਂ, 110% ਮੁਤਮਿਨ ਹਾਂ। ਮਤਲਬ ਫੁੱਲ ਰਾਜ਼ੀ ਹੋ ਫੌਜ ਤੋਂ? ਮੁਕੰਮਲ ਰਾਜ਼ੀ ਹਾਂ। ਪਾਕ ਫੌਜ ਜ਼ਿੰਦਾਬਾਦ। ਜੀ ਸਰ ਤੁਸੀਂ ਫੌਜੀ ਵੀ ਹੋ
ਤੇ ਦੱਸੋ ਤੁਸੀਂ ਹਾਲਾਤ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ? ਮੈਂ ਫੌਜ 'ਚ ਰਿਹਾ ਤਕਰੀਬਨ 28 ਸਾਲ ਤੇ ਮੈਂ ਸੂਬੇਦਾਰੀ ਪੈਨਸ਼ਨ ਰਿਟਾਇਰ ਆਇਆ। ਮੈਂ 65 ਦੀ ਜੰਗ ਵੀ ਵੇਖੀ ਹੈ ਤੇ 71 ਦੀ ਵੀ ਵੇਖੀ ਹੈ। ਇੰਡੀਆ ਕੋਲੋਂ ਜੇ ਉੱਥੇ ਕੋਈ ਇੱਲ ਵੀ ਮਰ ਜਾਂਦੀ ਸੀ ਜਾਂ ਕੋਈ ਅਟੈਕ ਹੁੰਦਾ ਸੀ ਤੇ ਸਾਡੇ ਤੇ ਇਲਜ਼ਾਮ ਲਾ ਛੱਡਦਾ ਸੀ। ਹਾਲਾਂਕਿ ਸਾਡਾ ਜਿਹੜਾ ਨਾ ਜਾਫਰ ਐਕਸਪ੍ਰੈਸ ਉਹਦੇ ਬਾਅਦ ਵੀ ਕਿਤਨੇ ਇੱਥੇ ਹੋਏ ਨੇ ਦਹਿਸ਼ਤਗਰਦੀ ਦੇ ਮਤਲਬ ਵਾਕਿਆਤ, ਲੇਕਿਨ ਪਾਕਿਸਤਾਨ ਕਦੇ ਵੀ ਇੰਡੀਆ ਤੇ ਨਹੀਂ ਸੀ ਇੰਨੀ ਕੀਤੀ ਚੜਾਈ ਜਿੰਨੀ ਇਹਨੂੰ ਹੁਣ ਕਰ ਛੜੀ ਹੈ। ਹਾਲਾਂਕਿ ਉੱਥੇ ਦੇਖੋ ਜੀ ਬਸ ਹਮਲਾ ਹੁੰਦਾ ਪਿਆ 2:20 ਤੇ 20 ਮਿੰਟ ਤੇ, ਲੇਕਿਨ 10 ਮਿੰਟ ਦੇ ਵਿੱਚ ਉਹਨੇ FIR ਦਰਜ ਕਰਾ ਛੜੀ ਹੈ। ਇਹ ਕਿਤੋਂ ਦਾ ਇਨਸਾਫ ਹੈ? ਫਿਰ ਅਸਾਂ ਇਹ ਵੀ ਕਿਹਾ ਕਿ ਤੁਸੀਂ ਬੈਨ ਅਲ-ਅਕਾਮੀ ਤਹਿਕੀਕਾਤ ਵੀ ਕਰਾ ਲਓ, ਲੇਕਿਨ ਉਹਦੇ ਬਾਵਜੂਦ ਵੀ ਉਹ ਨਹੀਂ ਮੰਨਿਆ। ਫਿਰ ਉਹਦੇ ਬਾਅਦ 6 ਔਰ 7 ਮਈ ਦੀ ਜਿਹੜੀ ਰਾਤ ਹਮਲਾ ਕਰ ਦਿੱਤਾ, ਉਹ ਸਾਡੀ ਸਿਵਲੀਅਨ ਆਬਾਦੀ 'ਤੇ ਉਹਨੇ ਜਿਹੜਾ ਹਮਲਾ ਕੀਤਾ, ਇਹ ਵੀ ਉਹਦੀ ਮਕਾਰੀ ਸਾਬਤ ਹੋ ਗਈ ਹੈ। ਉਹਨੂੰ ਕੋਈ ਸਾਡੀ ਮਤਲਬ ਕਿਸੇ ਕਿਸਮ ਦੀ ਜਿਹੜੀ ਫੌਜੀ ਤਸਨੀਫ ਕਿਤੇ ਹਮਲਾ ਨਹੀਂ ਕੀਤਾ, ਲੇਕਿਨ ਅਸਾਂ ਦਿਨ ਦੇ ਦਿਹਾੜੇ ਦੇ ਵਿੱਚ ਦਿਨ ਦੀ ਰੋਸ਼ਨੀ ਦੇ ਵਿੱਚ ਉਹਨੂੰ ਹਮਲਾ ਕੀਤਾ। ਉਹਦੇ ਇਨਸ਼ਾਅੱਲਾ ਜਿਹੜੇ ਸਨ ਮਤਲਬ ਅੱਡੇ ਜਿਹੜੇ ਨੇ ਫੌਜੀ ਉਹ ਵੀ ਤਬਾਹ ਕਰ ਦਿੱਤੇ ਨੇ। ਔਰ ਅਸੀਂ ਨਹੀਂ ਗਏ ਉੱਥੇ ਜਾ ਕੇ ਸਾਡੇ ਫੀਸ ਫਾਈਲ ਕਰੋ, ਇਹ ਮੋਦੀ ਗਿਆ ਜਾ ਕੇ ਨੇ ਰਿਕੁਐਸਟ ਕੀਤੀ ਹੈ ਟਰੰਪ ਅੱਗੇ ਕਿ ਸਾਡੀ ਜਾਨ ਬਚਾਓ, ਸਾਨੂੰ ਫੀਸ ਫਾਈਲ ਕਰਾਓ, ਲੇਕਿਨ ਸਾਡੇ ਨਹੀਂ ਸਨ ਮੰਨਦੇ। ਲੇਕਿਨ ਫਿਰ ਵੀ ਸਾਊਦੀਆ ਔਰ ਤੁਰਕੀਆ ਨੇ ਕਿਹਾ ਕਿ ਠੀਕ ਹੈ ਤੁਸੀਂ ਜਿਹੜੀ ਇਹਦੀ ਫੀਸ ਫਾਈਲ ਕਰ ਲਓ। ਇਨਸ਼ਾਅੱਲਾ ਅੱਗੋਂ ਵੀ ਅਗਰ ਉਹਨੂੰ ਕੋਈ ਐਸੀ ਹਰਕਤ ਕੀਤੀ ਤੇ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਇਨਸ਼ਾਅੱਲਾ।